ਤੁਸੀਂ ਸਾਰੇ ਸੁਣਨ ਵਾਲਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ। ਮੈਂ ਸਨੇਹ ਮਲਹੋਤਰਾ ਕੈਨੇਡਾ ਤੋਂ ਹਾਂ। ਬਲੈਸਿੰਗਸ ਟੀਮ ਦੇ ਵੱਲੋਂ ਮੈਂ ਸੀ ਅਰੁਣਾ ਜੀ ਦੀ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਮੈਸੇजेस ਫਰੋਮ 40 ਮਾਸਟਰਸ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰ ਰਹੀ ਹਾਂ। ਅੱਜ ਅਸੀਂ ਅਸ਼ਵਥਾਮਾ ਜੀ ਨੇ ਅਰੁਣਾ ਜੀ ਨੂੰ ਚੈਨਲਿੰਗ ਦੇ ਥਰੂ ਕੀ ਮੈਸੇਜ ਦਿੱਤਾ ਉਹ ਸੁਣਾਂਗੇ। ਗੱਲ ਹੈ 16 ਮਾਰਚ 1994 ਦੀ ਤੇ ਟਾਈਮ ਸੀ ਸਵੇਰੇ 10:45। ਅਸ਼ਵਥਾਮਾ ਜੀ ਨੇ ਕਿਹਾ, ਮੈਂ ਸਭ ਤੋਂ ਪਹਿਲਾਂ ਧਿਆਨ ਕਰਨਾ ਆਪਣੇ ਪਿਤਾ ਦਰੋਣਾਚਾਰਿਆ ਜੀ ਤੋਂ 4 ਸਾਲ ਦੀ ਉਮਰ ਵਿੱਚ ਸਿੱਖਿਆ। ਮੇਰੇ ਪਿਤਾ ਕੁਰੂ ਰਾਜ ਪਰਿਵਾਰ ਦੇ ਰਾਜਗੁਰੂ ਸੀਗੇ। ਪਹਿਲ ਜਦ ਕੌਰਵਾਂ ਤੇ ਪਾਂਡਵਾਂ ਦੀ ਕੋਈ ਲੜਾਈ ਨਹੀਂ ਸੀ, ਮੈਂ ਵੀ ਉਹਨਾਂ ਨੂੰ ਗਿਆਨਦਾਨ ਸਿਖਾਉਂਦਾ ਸੀ। ਉਸ ਵੇਲੇ ਮੈਂ ਸਿਰਫ 17 ਸਾਲਾਂ ਦਾ ਸੀਗਾ ਤੇ ਉਸ ਉਮਰ ਵਿੱਚ ਵੀ ਮੈਨੂੰ ਇੰਨਾ ਗਿਆਨ ਪ੍ਰਾਪਤ ਹੋ ਚੁੱਕਿਆ ਸੀ ਕਿ ਕੌਰਵ ਤੇ ਪਾਂਡਵ ਮੈਨੂੰ ਗੁਰੂ ਦਾ ਸਨਮਾਨ ਦਿੰਦੇ ਸੀ। ਮੈਨੂੰ ਆਪ ਵੀ ਗਿਆਨ ਪ੍ਰਾਪਤ ਕਰਨਾ ਤੇ ਉਹਨਾਂ ਨੂੰ ਗਿਆਨ ਦੇਣਾ ਬਹੁਤ ਜ਼ਰੂਰੀ ਹੋ ਗਿਆ ਸੀ ਕਿਉਂਕਿ ਮਹਾਭਾਰਤ ਯੁੱਧ ਉਸ ਵੇਲੇ ਨਜ਼ਦੀਕ ਆਉਣ ਲੱਗਿਆ ਸੀ। ਮੈਂ ਆਪਣੇ ਪਿਤਾ ਕੋਲੋਂ ਧਿਆਨ ਦੇ ਇਲਾਵਾ ਕਈ ਹੋਰ ਹੁਨਰ ਤੇ ਧਨੁਸ਼ਬਾਣ ਵੀ ਸਿੱਖ ਕਰ ਮਹਾਰਤ ਹਾਸਲ ਕਰ ਲਈ ਸੀ। ਉਹ ਜਿਹੜਾ ਟਾਈਮ ਸੀ ਉਹਦੇ ਵਿੱਚ ਜ਼ਿੰਦਗੀ ਬੜੀ ਮੁਸ਼ਕਿਲ ਤੇ ਸਖਤ ਸੀ। ਮੈਂ ਸਾਰਾ ਦਿਨ ਆਪਣੇ ਹੁਨਰ, ਮੈਡੀਟੇਸ਼ਨ ਤੇ ਗਿਆਨ ਲੋਕਾਂ ਨੂੰ ਸਿਖਾਉਂਦਾ ਸੀ। ਦਿਨ ਦੇ 20 ਘੰਟੇ ਕੰਮ ਕਰਦਾ ਤੇ ਸਿਰਫ 4 ਘੰਟੇ ਸੌਣ ਨੂੰ ਮਿਲਦਾ ਸੀ ਮੈਨੂੰ। ਇਸੇ ਵਿੱਚ ਰਾਜ ਪਰਿਵਾਰ ਦੇ ਭਰਾਵਾਂ ਵਿੱਚ ਸੱਤਾ ਤੇ ਸ਼ਕਤੀ ਨੂੰ ਲੈ ਕੇ ਬੜੀ ਨਫ਼ਰਤ ਵੱਧਦੀ ਜਾ ਰਹੀ ਸੀ। ਸ਼ੁਰੂ ਵਿੱਚ ਪਾਂਡਵ ਬੜੇ ਪਿਆਰ ਤੇ ਨਰਮੀ ਨਾਲ ਆਪਣੇ ਤਾਏ ਦੇ ਪੁੱਤਰਾਂ ਨਾਲ ਗੱਲ ਕਰਦੇ ਸੀ ਤੇ ਸਮਝਾਉਂਦੇ ਸੀ, ਸੁਲ੍ਹਾ ਦੀ ਗੱਲ ਵੀ ਕਰਦੇ ਸੀਗੇ। ਲੇਕਿਨ ਦੁਰਯੋਧਨ ਦੀ ਜਿੱਦ ਦੇਖ ਕਰ ਉਹਨਾਂ ਨੇ ਪਿਆਰ ਮੁਹੱਬਤ ਦੀ ਉਮੀਦ ਛੱਡ ਦਿੱਤੀ। ਇਸ ਤਰ੍ਹਾਂ ਹੌਲੀ ਜਿੰਨੇ ਵੀ ਧਿਆਨੀ ਗਿਆਨੀ ਸੀਗੇ ਉਸ ਵੇਲੇ ਇਹਨਾਂ ਭਰਾਵਾਂ ਨੂੰ ਸਮਝਾਉਣਾ ਛੱਡ ਕੇ ਉਹਨਾਂ ਨੂੰ ਬੜੇ ਵੱਡੇ ਯੁੱਧ ਵਾਸਤੇ ਤਿਆਰ ਕਰਨ ਵਿੱਚ ਲੱਗ ਗਏ। ਅਸੀਂ ਲੋਕੀ ਉਹਨਾਂ ਭਰਾਵਾਂ ਨੂੰ ਰੋਕ ਨਹੀਂ ਸਕੇ। ਇੱਥੇ ਤਾਈਂ ਕ੍ਰਿਸ਼ਨ ਵੀ ਕੋਈ ਮਦਦ ਨਹੀਂ ਕਰ ਸਕੇ ਕਿ ਕਿਸੇ ਤਰ੍ਹਾਂ ਲੜਾਈ ਨਾ ਹੋਵੇ। ਅਖੀਰਕਾਰ ਅਸੀਂ ਸਾਰਿਆਂ ਨਾਲ ਕ੍ਰਿਸ਼ਨ ਨੇ ਵੀ ਇਹੀ ਸੋਚਿਆ ਕਿ ਜਦ ਯੁੱਧ ਹੋਣਾ ਹੀ ਹੈ ਤਾਂ ਅਸੀਂ ਸਾਰੇ ਪਹਿਲਾਂ ਆਪਣੇ ਆਪ ਨੂੰ ਖੁਦ ਤਿਆਰ ਕਰੀਏ ਕਿਉਂਕਿ ਅਸੀਂ ਕਿਸੇ ਦੀ ਮਦਦ ਤਦ ਹੀ ਕਰ ਸਕਦੇ ਹਾਂ ਜਦ ਪਹਿਲਾਂ ਆਪਣੀ ਖੁਦ ਦੀ ਮਦਦ ਕੀਤੀ ਜਾਏ। ਬੜੀ ਸੋਹਣੀ ਗੱਲ ਕਹੀ ਅਸ਼ਵਥਾਮਾ ਜੀ ਨੇ। only when we can help ourselves we become qualified to help others। ਹਾਲਾਂਕਿ ਅਸੀਂ ਸਾਰੇ ਇਸ ਗੱਲ ਨੂੰ ਅੱਛੀ ਤਰ੍ਹਾਂ ਸਮਝ ਗਏ ਸੀ ਕਿ ਜੇ ਕਿਸੇ ਵੀ ਤਰਕੀਬ ਨਾਲ ਇਹ ਜੰਗ ਮੁੜ ਜਾਵੇ ਤਾਂ ਇਸ ਤੋਂ ਵਧੀਆ ਗੱਲ ਹੋ ਨਹੀਂ ਸਕਦੀ। ਇਸ ਦੇ ਵਿੱਚ ਹੀ ਸਾਡੀ ਤੇ ਬਾਕੀ ਸਾਰਿਆਂ ਦੀ ਭਲਾਈ ਹੈਗੀ। ਇਸ ਕਰਕੇ ਅਸਾਂ ਫਿਰ ਇੱਕ ਕੋਸ਼ਿਸ਼ ਕੀਤੀ ਕੌਰਵਾਂ ਤੇ ਪਾਂਡਵਾਂ ਦੇ ਵਿੱਚ ਗਲਤਫਹਿਮੀ ਨੂੰ ਦੂਰ ਕਰਕੇ ਮੇਲ ਮਿਲਾਪ ਨਾਲ ਗੱਲ ਬਣਾਉਣ ਦੀ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਹੁਣ ਅਸੀਂ ਸਾਰੇ ਮਾਸਟਰ ਉਸ ਵੇਲੇ ਤਾਈਂ ਆਪਣੇ ਆਪ ਨੂੰ ਅਧਿਆਤਮਿਕ ਤੌਰ 'ਤੇ ਤਿਆਰ ਕਰਕੇ ਗਿਆਨਵਾਨ ਬਣ ਚੁੱਕੇ ਸੀ ਕਿਉਂਕਿ ਇਹਦੀ ਜ਼ਰੂਰਤ ਸਾਨੂੰ ਪਹਿਲਾਂ ਹੀ ਪਤਾ ਚੱਲ ਚੁੱਕੀ ਸੀ ਤੇ ਹੁਣ ਉਹ ਵੇਲਾ ਵੀ ਸਾਡੀ ਨਜ਼ਰਾਂ ਦੇ ਸਾਹਮਣੇ ਸੀਗਾ। ਹੁਣ ਮੇਰਾ ਤੇ ਮੇਰੇ ਪਿਤਾ ਦਾ ਫਰਜ਼ ਸੀ ਕੌਰਵਾਂ ਦੇ ਨਾਲ ਰਹਿਣਾ, ਉਹਨਾਂ ਦਾ ਸਾਥ ਦੇਣਾ ਕਿਉਂਕਿ ਸਾਨੂੰ ਉਹਨਾਂ ਨੇ ਹੀ ਕੰਮ 'ਤੇ ਰੱਖਿਆ ਸੀ। ਉਹੀ ਸਾਡੇ ਮਾਲਕ ਸੀਗੇ। ਇਹ ਕੌਰਵ ਸਾਰੇ ਭਰਾ ਸਧਾਰਨ ਇਨਸਾਨ ਸੀਗੇ ਜਿਨ੍ਹਾਂ ਨੂੰ ਭੁੱਖ ਸੀ ਸੱਤਾ ਦੀ, ਲਾਲਚ ਸੀ ਕੁਰਸੀ ਦਾ। ਅਸੀਂ ਸਾਰੇ ਦੇ ਸਾਰੇ ਪਦਾਰਥਵਾਦੀ ਆਖਿਰ ਖੇਡ ਹੀ ਤਾਂ ਖੇਡ ਰਹੇ ਸੀਗੇ। ਸਾਡੀ ਚੁਣੌਤੀ ਇਹ ਸੀਗੀ ਕਿ ਇਹਨਾਂ 100 ਸੱਤਾ ਦੇ ਲਾਲਚੀ ਪਦਾਰਥਵਾਦੀ ਭਰਾਵਾਂ ਦੇ ਨਾਲ ਰਹਿ ਕਰ ਆਪਣੀ ਅਧਿਆਤਮ ਤੇ ਗਿਆਨ ਦੀ ਪਿਆਸ ਨੂੰ ਵੀ ਬੁਝਾਉਣਾ। ਅਸ਼ਵਥਾਮਾ ਜੀ ਨੇ ਕਿਹਾ ਕਿ ਮਾਈ ਮੈਸੇਜ ਫॉर ਯੂ ਇਜ਼ ਸਿੰਸੀਅਰਿਟੀ ਐਂਡ ਹਾਰਡ ਵਰਕ। ਮੇਰਾ ਸੰਦੇਸ਼ ਤੁਹਾਡੇ ਲੋਕਾਂ ਵਾਸਤੇ ਹੈ ਕਿ ਤੁਸੀਂ ਇਮਾਨਦਾਰੀ ਰੱਖੋ ਤੇ ਕੜੀ ਮਿਹਨਤ ਕਰੋ। ਅਸੀਂ ਸਾਰੇ ਉਸ ਵਕਤ ਦੇ ਮਾਸਟਰਸ ਮੁਨੀ ਵਿਆਸ, ਭੀਸ਼ਮ ਪਿਤਾਮਾ, ਵਿਦੁਰ, ਦਰੋਣਾਚਾਰਿਆ ਤੇ ਬਾਕੀ ਸਾਰੇ ਗਿਆਨੀ ਵੀ ਤੁਹਾਨੂੰ ਇਹੀ ਸਿੱਖਿਆ ਦਿੰਦੇ ਹਾਂ ਕਿ ਤੁਸੀਂ ਆਪਣੇ ਨਾਲ ਇਮਾਨਦਾਰੀ ਰੱਖੋ ਤੇ ਲਗਨ ਤੇ ਕੜੀ ਮਿਹਨਤ ਨਾਲ ਅਧਿਆਤਮਿਕ ਭਗਤੀ ਕਰਦੇ ਰਹੋ। ਫਿਰ ਤੁਸੀਂ ਕਿਸੇ ਵੀ ਆਉਣ ਵਾਲੀ ਰੁਕਾਵਟਾਂ ਤੇ ਤਕਲੀਫਾਂ ਨੂੰ ਹੱਸਦੇ ਪਾਰ ਕਰ ਜਾਓਗੇ। ਹੁਣ ਅਸ਼ਵਥਾਮਾ ਜੀ ਤੋਂ ਸੀ ਅਰੁਣਾ ਜੀ ਦੇ ਨਾਲ ਧਿਆਨ ਵਿੱਚ ਉਹਨਾਂ ਦੇ ਹਸਬੈਂਡ ਨੇ ਵੀ ਕੁਝ ਸਵਾਲ ਕੀਤੇ ਤੇ ਜੋ ਜਵਾਬ ਮਿਲੇ ਉਹ ਮੈਂ ਇੱਕ ਕਰਕੇ ਤੁਹਾਨੂੰ ਸੁਣਾ ਰਹੀ ਹਾਂ। ਸਵਾਲ ਸੀ, ਸਰ ਯੂ ਆਰ ਚਿਰੰਜੀਵੀ, ਹਾਊ ਡਿਡ ਯੂ ਅਟੇਨ ਦਿਸ ਸਟੇਟ। ਤੁਸੀਂ ਚਿਰੰਜੀਵੀ ਕਿਸ ਤਰ੍ਹਾਂ ਬਣੇ। ਜਵਾਬ ਮਿਲਿਆ,
ਚਿਰੰਜੀਵੀ ਉਹ ਹੁੰਦਾ ਹੈ ਜੋ ਕਦੀ ਸਰੀਰਕ ਮੌਤ ਨਹੀਂ ਮਰਦਾ। ਹਰ ਚਿਰੰਜੀਵੀ ਉਸੇ ਸਰੀਰ ਵਿੱਚ ਜਨਮਾਂ ਤਾਈਂ ਸੈਂਕੜੋਂ ਸਾਲਾਂ ਤਾਈਂ ਹਮੇਸ਼ਾ ਵਾਸਤੇ ਰਹਿੰਦਾ ਹੈ। ਇਹ ਵਰਦਾਨ ਮੈਨੂੰ ਮੇਰੇ ਪਿਤਾ, ਮੇਰੇ ਗੁਰੂ ਤੋਂ ਮਿਲਿਆ, ਜੋ ਉਹਨਾਂ ਨੇ ਮੈਨੂੰ ਧਿਆਨ ਵਿੱਚ ਮੇਰੀ ਅਨੰਤ ਰੁਚੀ ਅਤੇ ਇਮਾਨਦਾਰੀ ਦੇਖ ਕਰ ਦਿੱਤਾ। ਮੈਨੂੰ ਪਹਿਲਾਂ ਇਹ ਕੋਈ ਖਿਆਲ ਨਹੀਂ ਸੀ ਆਇਆ ਕਿ ਮੈਂ ਚਿਰੰਜੀਵੀ ਬਣਾਂਗਾ। ਮੈਂ ਤਾਂ ਸੋਚਿਆ ਸੀ ਇਹ ਯੁੱਧ ਸਮਾਪਤ ਹੋਣ ਦੇ ਬਾਅਦ ਮੈਂ ਕੁਝ ਹੋਰ ਸਾਲਾਂ ਤਾਈਂ ਕੰਮ ਕਰਾਂਗਾ ਅਤੇ ਬਾਅਦ ਵਿੱਚ ਰਿਟਾਇਰ ਹੋ ਜਾਵਾਂਗਾ। ਲੇਕਿਨ ਬਾਅਦ ਵਿੱਚ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਅਮਰ ਹੋ ਕਰ ਇਸੇ ਸਰੀਰ ਵਿੱਚ ਰਵਾਂ ਅਤੇ ਮਹਾਭਾਰਤ ਦੇ ਕਿਸੇ ਲੋਕਾਂ ਨੂੰ ਸੁਣਾ ਕਰ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਸੱਤਾ ਦੀ ਇੱਛਾ, ਡਿਜ਼ਾਇਰ ਆਫ ਪਾਵਰ, ਲਾਲਚ ਵਿੱਚ ਇਨਸਾਨ ਕਿੱਥੇ ਤਾਈਂ ਜਾ ਸਕਦਾ ਹੈ। ਮੈਂ ਕਈ ਸਾਰੇ ਸੱਤਾ ਦੇ ਲਾਲਚੀ ਬੰਦਿਆਂ ਨੂੰ ਜਨਮ ਲੈਣ ਤੋਂ ਰੋਕਿਆ ਕਿ ਤੁਸੀਂ ਆਪਣਾ ਜੀਣ ਦਾ ਮਕਸਦ ਲਏ ਬਗੈਰ ਧਰਤੀ 'ਤੇ ਨਹੀਂ ਜਾਣਾ। ਅਤੇ ਮੈਂ ਹੁਣ ਇੱਕ ਨਵਾਂ ਕੰਮ ਚੁੱਕਿਆ ਹੈ, ਐਸਟ੍ਰੋਫਿਜ਼ਿਕਸ ਪੜ੍ਹਨ ਦਾ। ਮੈਂ ਬਹੁਤ ਸਾਰੇ ਗੁਰੂਆਂ ਤੋਂ ਸਿੱਖ ਰਿਹਾ ਹਾਂ। ਮੈਨੂੰ ਅਦਭੁਤ ਗਿਆਨ ਵੀ ਪ੍ਰਾਪਤ ਹੋ ਚੁੱਕਿਆ ਹੈ। ਜਦ ਧਰਤੀ ਆਪਣੀ ਫ੍ਰੀਕੁਐਂਸੀ ਚੇਂਜ ਕਰੇਗੀ ਅਤੇ ਸੰਸਾਰ ਵਿੱਚ ਇਹ ਗਿਆਨ ਬਹੁਤ ਕੰਮ ਆਉਣ ਵਾਲਾ ਹੈ। ਮੇਰੀ ਇੱਕ ਬਹੁਤ ਵੱਡੀ ਇੱਛਾ ਸੀ ਕਿ ਮੈਂ ਹਨੂੰਮਾਨ ਜੀ ਦੇ ਨਾਲ ਕੰਮ ਕਰਾਂ ਅਤੇ ਹੁਣ ਉਹ ਪੂਰੀ ਹੋ ਚੁੱਕੀ ਹੈ। ਇਸ ਤੋਂ ਅੱਗੇ ਮੈਂ ਆਪਣੇ ਭਵਿੱਖ ਦੇ ਬਾਰੇ ਵਿੱਚ ਹੋਰ ਕੋਈ ਗੱਲ ਨਹੀਂ ਸੋਚੀ। ਅਸ਼ਵਥਾਮਾ ਜੀ ਨੇ ਅੱਗੇ ਕਿਹਾ, ਚਿਰੰਜੀਵੀ ਹੋਣ ਵਾਸਤੇ ਕਿਹੜੀ ਖੂਬੀਆਂ ਕਿਸੇ ਵਿੱਚ ਹੋਣੀ ਚਾਹੀਦੀ ਹੈ, ਇਹ ਮੈਂ ਤੁਹਾਨੂੰ ਦੱਸਣਾ। ਪਹਿਲੀ, ਹਰ ਪਲ ਨੂੰ ਖੁੱਲ੍ਹ ਕਰ ਜੀਣ ਦੀ ਤੀਵਰ ਇੱਛਾ ਹੋਣੀ ਚਾਹੀਦੀ ਹੈ। ਦੂਜੀ, ਆਪਣੇ ਸਵਯੰ ਦੀ ਅਤੇ ਲੋਕਾਂ ਦੀ ਭਲਾਈ ਵਾਸਤੇ ਕੋਈ ਨਾ ਕੁਝ ਕੰਮ ਅਤੇ ਜ਼ਿੰਮੇਵਾਰੀ ਚੁੱਕਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ ਹਮੇਸ਼ਾ। ਤੀਜੀ ਗੱਲ, ਲੋਕਾਂ ਨੂੰ ਅਧਿਆਤਮ ਦੇ ਮਾਰਗ ਵਿੱਚ ਲਿਆਉਣ ਦੀ ਤੀਵਰ ਇੱਛਾ ਹੋਣੀ ਚਾਹੀਦੀ ਹੈ। ਚੌਥੀ ਗੱਲ, ਜ਼ਿੰਦਗੀ 'ਚ ਮਿਲਣ ਵਾਲੇ ਹਰ ਇੱਕ ਬੰਦੇ, ਹਰ ਇੱਕ ਜੀਵ ਨੂੰ ਤੁਸੀਂ ਪਿਆਰ ਅਤੇ ਇੱਜ਼ਤ ਦੇਣਾ। ਪੰਜਵੀਂ ਖੂਬੀ ਇਹ ਹੈ ਕਿ ਇਸ ਗੱਲ ਨੂੰ ਸਿੱਧ ਕਰਨ ਦੀ ਇੱਛਾ ਹਮੇਸ਼ਾ ਹੋਣੀ ਚਾਹੀਦੀ ਹੈ ਕਿ ਜੀਣਾ ਅਤੇ ਮਰਨਾ ਇੱਕ ਭੁਲੇਖਾ ਹੈ। ਇਹ ਕਿ ਸਾਡਾ ਬਸ ਇੱਕੋ ਇੱਕ ਜਨਮ ਹੈਗਾ ਅਤੇ ਮੌਤ ਦੇ ਬਾਅਦ ਅਸੀਂ ਧਰਤੀ 'ਚ ਜਨਮ ਨਹੀਂ ਲਵਾਂਗੇ। ਇਸ ਗੱਲ ਦੀ ਹਮੇਸ਼ਾ ਖਿਲਾਫਤ ਕਰਨੀ ਅਤੇ ਜਾਣ ਲੈਣਾ ਕਿ ਅਸੀਂ ਜਿੰਨੇ ਵੀ ਚਾਹੇ ਦਿਨ, ਸਾਲ, ਜਨਮ ਇਸ ਸਰੀਰ ਵਿੱਚ ਰਹਿ ਸਕਦੇ ਹਾਂ। ਉਹ ਕਹਿੰਦੇ ਨੇ ਕਿ 99.9% ਲੋਕੀ ਇਸ ਗੱਲ ਦੀ ਚੁਣੌਤੀ ਲੈਣ ਤੋਂ ਬਿਹਤਰ ਮਰਨਾ ਪਸੰਦ ਕਰਦੇ ਨੇ। ਮੈਂ ਆਪਣੇ ਵਾਸਤੇ ਇਮੋਰਟੈਲਿਟੀ, ਚਿਰੰਜੀਵੀ ਹੋਣਾ ਚੁਣਿਆ, ਜਿਹਦੇ ਵਾਸਤੇ ਤੁਹਾਨੂੰ ਹਮੇਸ਼ਾ ਲਗਾਤਾਰ ਆਪਣੀ ਉੱਨਤੀ ਕਰਨ ਦੇ ਨਾਲ ਲੋਕਾਂ ਦੀ ਮਦਦ ਵੀ ਕਰਦੇ ਰਹਿਣਾ ਚੁਣਨਾ ਪਏਗਾ। ਅਗਲਾ ਸਵਾਲ ਉਹਨਾਂ ਕੋਲੋਂ ਪੁੱਛਿਆ ਗਿਆ, ਸਰ, ਵਾਈ ਵਾਜ਼ ਅਰਜੁਨ ਰੈਂਕਡ ਦ ਬੈਸਟ ਪਰਸਨ though there was Duryodhana the all powerful and Karan full of wounds? ਕਿ ਕਿਉਂ ਇੰਨੇ ਸ਼ਕਤੀਸ਼ਾਲੀ ਦੁਰਯੋਧਨ ਤੇ ਵਰਦਾਨਾਂ ਤੋਂ ਸਰੋਪਾਰ ਕਰਨ ਦੇ ਹੁੰਦਿਆਂ ਤੁਸੀਂ ਅਰਜੁਨ ਨੂੰ ਸ਼੍ਰੇਸ਼ਠ ਕਹਿੰਦੇ ਹੋ? ਅਸ਼ਵਥਾਮਾ ਜੀ ਨੇ ਜਵਾਬ ਦਿੱਤਾ, ਸੁਣੋ, ਅਰਜੁਨ ਬੜਾ ਇਮਾਨਦਾਰ ਤੇ ਦਿਲ ਦਾ ਸਾਫ਼ ਬੰਦਾ ਸੀ। ਉਹਦੀ ਇਮਾਨਦਾਰੀ ਤੇ ਲਗਨ ਦਾ ਕੋਈ ਮੁਕਾਬਲਾ ਨਹੀਂ। ਉਹਦੀ ਤੁਸੀਂ ਕਿਸੇ ਨਾਲ ਵੀ ਤੁਲਨਾ ਨਹੀਂ ਕਰ ਸਕਦੇ। ਉਹਨੇ ਆਪਣੇ ਇਸ ਜਨਮ ਵਿੱਚ ਕਰਨ ਤੇ ਦੁਰਯੋਧਨ ਨੂੰ ਬਹੁਤ ਜ਼ਿਆਦਾ ਚੰਗੇ ਕੰਮ ਕੀਤੇ ਸੀ। ਦੁਰਯੋਧਨ ਵੀ ਬੜਾ ਵੱਡਾ ਧਿਆਨੀ ਸੀਗਾ, ਲੇਕਿਨ ਉਹ ਸੱਤਾ ਦਾ ਬੜਾ ਲਾਲਚੀ ਸੀ, ਰਿਸ਼ਾਲੂ ਸੀਗਾ ਆਪਣੇ ਪਿਓ ਵਾਕਣ। ਜਿੱਥੇ ਤਾਈਂ ਕਰਨ ਦੀ ਗੱਲ ਹੈ, ਉਹਨੇ ਆਪਣਾ ਸਾਰਾ ਜੀਵਨ ਆਪਣੇ ਦੋਸਤ ਦੁਰਯੋਧਨ ਦੀ ਦੋਸਤੀ ਨਿਭਾਉਣ ਵਿੱਚ ਸਮਰਪਿਤ ਕਰ ਦਿੱਤਾ, ਜਿਹਨੇ ਉਹਦੀ ਬੁਰੇ ਦਿਨਾਂ ਵਿੱਚ ਮਦਦ ਕੀਤੀ ਸੀ, ਬਸ ਹੋਰ ਕੁਝ ਨਹੀਂ। ਅਗਲਾ ਸਵਾਲ ਸੀ, ਸਰ, ਕੈਨ ਆਈ ਸੀ ਯੂ? ਕਿਆ ਮੈਂ ਤੁਹਾਨੂੰ ਦੇਖ ਸਕਦੀ ਹਾਂ? ਕਿਉਂ ਨਹੀਂ, ਉਹਨਾਂ ਨੇ ਕਿਹਾ, ਤੁਸੀਂ ਮੈਨੂੰ ਦੇਖ ਸਕਦੇ ਹੋ ਕਿਉਂਕਿ ਤੁਸੀਂ ਇਮਾਨਦਾਰ ਹੋ। ਲੇਕਿਨ ਹੁਣੇ ਸਾਨੂੰ ਲੋਕਾਂ ਨੂੰ ਬਹੁਤ ਸੁਨੇਹੇ ਦੇਣੇ ਨੇ, ਇਸ ਲਈ ਹੁਣਿਆ ਨਹੀਂ, ਲੇਕਿਨ ਤੁਸੀਂ ਮੈਨੂੰ ਜ਼ਰੂਰ ਦੇਖੋਗੇ ਇੱਕ ਦਿਨ, ਜਦ ਧਰਤੀ ਆਪਣੀ ਧੁਰੀ 'ਤੇ ਚੱਲਦੇ ਹੋਏ ਦੂਜੀ ਡਾਇਮੈਂਸ਼ਨ 'ਤੇ ਜਾਏਗੀ, ਕਿਉਂਕਿ ਤੁਸੀਂ ਸਾਰੇ ਵੀ ਅਰਜੁਨ ਵਾਕਣ ਇਮਾਨਦਾਰ ਬੰਦੇ ਹੋ। ਅਰੁਣਾ ਜੀ ਨੇ ਅਤੇ ਉਹਨਾਂ ਦੇ ਹਸਬੈਂਡ ਨੇ ਅਸ਼ਵਥਾਮਾ ਜੀ ਨੂੰ ਥੈਂਕਸ ਕਿਹਾ ਕਿ ਸਾਡੇ ਵਾਸਤੇ ਇਹ ਬੜੀ ਫ਼ਖਰ ਦੀ ਗੱਲ ਹੈ ਕਿ ਤੁਸੀਂ ਸਾਨੂੰ ਅਰਜੁਨ ਬੁਲਾ ਰਹੇ ਹੋ। ਅਗਲਾ ਸਵਾਲ ਸੀ, ਸਰ, ਤੁਸੀਂ ਸਾਡੇ ਬੱਚਿਆਂ ਵਾਸਤੇ ਕੀ ਸਲਾਹ ਦਿੰਦੇ ਹੋ? ਸਾਨੂੰ ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ? ਜਵਾਬ ਦਿੱਤਾ ਅਸ਼ਵਥਾਮਾ ਜੀ ਨੇ, ਕੁਝ ਨਹੀਂ, ਅੱਜ ਦੇ ਨਿਆਣੇ ਆਪਣੇ ਆਪ ਵਿੱਚ ਪਰਿਪੂਰਨ ਮਾਸਟਰ ਹੈਗੇ, ਬਸ ਤੁਸੀਂ ਉਹਨਾਂ ਨੂੰ ਮੈਡੀਟੇਸ਼ਨ ਕਰਨਾ ਸਿਖਾ ਦਿਓ, ਉਹਨਾਂ ਨੂੰ ਬਾਕੀ ਸਭ ਕੁਝ ਪਹਿਲਾਂ ਤੋਂ ਹੀ ਪਤਾ ਹੈ। ਅਗਲਾ ਸਵਾਲ,
ਸਰ, ਤੁਸੀਂ ਆਪਣੇ ਬਾਰੇ ਵਿੱਚ ਕੋਈ ਖਾਸ ਗੱਲ ਦੱਸੋ ਜੋ ਸਿਰਫ ਤੁਸੀਂ ਹੀ ਸਮਝਾ ਸਕਦੇ ਹੋ। ਉਹਨਾਂ ਨੇ ਜਵਾਬ ਦਿੱਤਾ, ਮੈਂ ਜਿਹੜਾ ਜਨਮ ਲਿਆ ਤੇ ਇਹ ਕੰਮ ਲਿਆ ਕਿ ਕੌਰਵਾਂ ਦੇ ਵਿੱਚ ਰਹਿ ਕਰ ਆਪਣੀ ਅਧਿਆਤਮ ਵਿੱਚ ਪ੍ਰਗਤੀ ਕਰਾਂਗਾ। ਇਹ ਬੜਾ ਮੁਸ਼ਕਿਲ ਕੰਮ ਸੀ ਮੇਰੇ ਵਾਸਤੇ, ਲੇਕਿਨ ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਚਿਰੰਜੀਵ ਹੋਣ ਦਾ ਮੇਰਾ ਇਸ ਜਨਮ ਵਿੱਚ ਕੋਈ ਪਲਾਨ ਨਹੀਂ ਸੀ। ਇਹ ਮੈਂ ਬਾਅਦ ਵਿੱਚ ਫੈਸਲਾ ਲਿਆ ਸੀ। ਇਸ ਕਰਕੇ ਮੇਰਾ ਕੰਮ ਹੋਰ ਵੀ ਮੁਸ਼ਕਿਲ ਹੋ ਗਿਆ। ਮੇਰਾ ਕੋਈ ਅਧਿਆਤਮਿਕ ਉਦੇਸ਼ ਨਹੀਂ ਰਹਿ ਗਿਆ ਸੀਗਾ। ਮੈਂ ਹਮੇਸ਼ਾ ਵਰਤਮਾਨ ਵਿੱਚ ਰਹਿੰਦਾ ਸੀ ਤੇ ਆਪਣੇ ਉਸ ਪਲ ਦਾ ਭਰਪੂਰ ਉਪਯੋਗ ਕਰਦਾ ਸੀ। ਉਹ ਕਹਿੰਦੇ ਨੇ ਕਿ ਬੁੱਧਾ ਦਾ ਧਿਆਨ ਵਿੱਚ ਕੋਈ ਮਕਸਦ ਨਹੀਂ ਸੀ ਕਿ ਨਿਰਵਾਣ ਪ੍ਰਾਪਤ ਕਰਨਾ ਹੈ। ਉਹ ਤੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਸੀ ਤੇ ਆਪਣੇ ਵਿਵੇਕ ਤੇ ਬੁੱਧੀ ਨਾਲ ਜੋ ਸਹੀ ਲੱਗਦਾ ਸੀ ਉਸ ਰਸਤੇ 'ਤੇ ਅੱਗੇ ਵਧਦੇ ਰਹੇ। ਬਸ ਨਿਰਵਾਣ ਤੋਂ ਉਹਨਾਂ ਨੂੰ ਆਪਣੇ ਆਪ ਮਿਲ ਗਿਆ। ਬੜੀ ਸੋਹਣੀ ਗੱਲ ਉਹਨਾਂ ਨੇ ਕਹੀ, ਡੂ ਯੋਰ ਡਿਊਟੀ, ਦੈਟ ਇਜ਼ ਯੋਰ ਗੋਲ। ਆਪਣਾ ਫਰਜ਼ ਨਿਭਾਉਣਾ ਹੀ ਤੁਹਾਡਾ ਮਕਸਦ ਹੋਣਾ ਚਾਹੀਦਾ ਹੈ ਤੇ ਅੱਛੀ ਕਿਤਾਬਾਂ ਪੜ੍ਹਨਾ, ਧਿਆਨ ਕਰਨਾ, ਧਿਆਨ ਦੇ ਬਾਰੇ ਵਿੱਚ ਲੋਕਾਂ ਨੂੰ ਗੱਲ ਕਰਨਾ, ਇਹੀ ਤੁਹਾਡਾ ਮਕਸਦ ਹੋਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ, ਨਾਰਦ ਬਹੁਤ ਵੱਡੇ ਗੁਰੂ ਸੀਗੇ ਲੇਕਿਨ ਧਿਆਨ ਨਹੀਂ ਕਰਦੇ ਸੀ। ਜਦ ਉਹਨਾਂ ਨੇ ਧਿਆਨ ਕੀਤਾ ਉਹਦੇ ਬਾਅਦ ਹੀ ਉਹ ਹਰ ਡਾਇਮੈਂਸ਼ਨ ਵਿੱਚ ਜਾਣ ਜੋਗੇ ਬਣੇ। ਅੱਜ ਉਹ ਕਿੱਥੇ ਵੀ ਪਹੁੰਚ ਸਕਦੇ ਨੇ ਕਿਉਂਕਿ ਉਹਨਾਂ ਦਾ ਮਕਸਦ ਹੁਣ ਆਪਣੇ ਗਿਆਨ ਨਾਲ ਲੋਕਾਂ ਦਾ ਭਲਾ ਕਰਨਾ ਹੈ। ਜਿੱਥੇ ਤੁਸੀਂ ਇੱਕ ਧਰਤੀ ਵਿੱਚ ਆਪਣਾ ਗਿਆਨ ਧਿਆਨ ਪ੍ਰਚਾਰ ਕਰ ਰਹੇ ਹੋ, ਉਹ ਸਾਰੀ ਸ੍ਰਿਸ਼ਟੀ 'ਚ ਘੁੰਮ ਕਰ ਇਹ ਕੰਮ ਕਰਦੇ ਪਏ ਨੇ। ਫਿਰ ਅਗਲਾ ਸਵਾਲ ਕੀਤਾ ਅਰੁਣਾ ਜੀ ਨੇ, ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਦਿਮਾਗ ਦੇ ਸਾਰੇ ਡਾਊਟ ਨੂੰ ਕਲੀਅਰ ਕਰੋ। ਮੇਰੇ ਹਰ ਗੱਲ ਨੂੰ ਸ਼ਬਦਾਂ ਵਿੱਚ ਨਹੀਂ ਪੁੱਛ ਸਕਦੀ। ਉਹਨਾਂ ਨੇ ਜਵਾਬ ਦਿੱਤਾ, ਪਹਿਲੀ ਗੱਲ ਜਦ ਤੁਸੀਂ ਨਿਯਮ ਨਾਲ ਰੋਜ਼ ਧਿਆਨ ਕਰਦੇ ਹੋ ਤਾਂ ਤੁਹਾਨੂੰ ਕਿਸੇ ਗੱਲ ਦੀ ਕੋਈ ਫਿਕਰ ਹੀ ਨਹੀਂ ਕਰਨੀ ਚਾਹੀਦੀ। ਇਹ ਤੁਹਾਡੇ ਸਿਸਟਮ ਵਿੱਚ ਇੱਕ ਇਨਫਰਾਸਟਰਕਚਰਲ ਬੇਸਿਕ ਹੈਗਾ ਜੋ ਤੁਹਾਡੇ ਅਧਿਆਤਮਿਕ ਪ੍ਰਗਤੀ ਵਿੱਚ ਕੰਮ ਕਰਦਾ ਹੈ। ਸਿਰਫ ਜਿਹੜੇ ਹਠ ਯੋਗੀ ਹੈਗੇ ਉਹੀ ਕੁੰਡਲਨੀ ਜਾਗਰਤ ਕਰਨ ਦਾ ਪ੍ਰਯਾਸ ਕਰਦੇ ਨੇ। ਤੁਸੀਂ ਲੋਕੀ ਜੋ ਆਪਣੇ ਸਾਹ ਦੇ ਨਾਲ ਜੁੜ ਕਰ ਧਿਆਨ ਕਰਦੇ ਹੋ, ਤੁਹਾਨੂੰ ਕੁੰਡਲਨੀ ਜਾਗਰਤ ਕਰਨ ਦੀ ਕੋਈ ਲੋੜ ਨਹੀਂ। ਤੁਹਾਡੇ ਸਾਰੇ ਚੱਕਰ ਸਰੀਰ ਵਿੱਚ ਆਪਣੇ ਆਪ ਐਕਟੀਵੇਟ ਹੋ ਜਾਂਦੇ ਨੇ। ਲੇਕਿਨ ਫਿਰ ਵੀ ਤੁਸੀਂ ਕੁੰਡਲਨੀ ਨੂੰ ਜਾਗਰਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਾਗਰੂਕਤਾ ਨਾਲ, ਗਿਆਨ ਨਾਲ ਉਹਨੂੰ ਕੰਟਰੋਲ ਵੀ ਕਰਨਾ ਪਏਗਾ। ਹਾਲਾਂਕਿ ਮੇਰਾ ਮੰਨਣਾ ਹੈ ਕਿ ਤੁਸੀਂ ਜੇ ਮਾਨਵਤਾ ਦੀ ਸੇਵਾ ਤੇ ਲੋਕਾਂ ਵਿੱਚ ਗਿਆਨ ਦਾ ਪ੍ਰਕਾਸ਼ ਭਰਨ ਦਾ ਜ਼ਿੰਮਾ ਲਿਆ ਹੈ ਤਾਂ ਤੁਸੀਂ ਕੁੰਡਲਿਨੀ ਜਾਗਰਤ ਕਰਨ ਦੇ ਬਾਰੇ ਵਿੱਚ ਸੋਚੋ ਵੀ ਨਾ। ਇਹ ਹਰ ਧਿਆਨੀ ਵਾਸਤੇ ਜ਼ਰੂਰ ਕਰਨ ਵਾਲਾ ਕੋਈ ਕੰਮ ਨਹੀਂ ਹੈ। ਤਾਂ ਇੱਕ ਗੱਲ ਸਮਝ ਲਓ ਕਿ ਜਿਹੜਾ ਵੀ ਬੰਦਾ ਸਿਰਫ ਕੁੰਡਲਿਨੀ ਦੀ ਗੱਲ ਕਰਦਾ ਹੈ ਉਹਨੂੰ ਕਦੀ ਕੋਈ ਹੋਰ ਗਿਆਨ ਪ੍ਰਾਪਤ ਹੋ ਵੀ ਨਹੀਂ ਸਕਦਾ। ਧਿਆਨ ਵਿੱਚ ਸਭ ਤੋਂ ਵਧੀਆ ਹੈ ਜੈਕ ਆਫ ਆਲ ਟ੍ਰੇਡਸ ਐਂਡ ਮਾਸਟਰਸ ਆਫ ਨਨ। ਸਭ ਕੁਝ ਸਿੱਖਦੇ ਰਹੋ, ਕਿਸੇ ਇੱਕ ਦੇ ਪਿੱਛੇ ਪੈਣ ਦੀ ਲੋੜ ਨਹੀਂ ਕਿਉਂਕਿ ਆਤਮਾ ਨੇ ਅਨੰਤ ਕਾਲ ਤੇ ਹੀ ਰਹਿਣਾ ਹੈ ਤੇ ਅਖੀਰ ਵਿੱਚ ਤੁਸੀਂ ਗਿਆਨ ਲੈਂਦੇ ਹਰ ਚੀਜ਼ ਦੇ ਮਾਸਟਰ ਬਣ ਜਾਓਗੇ ਕਿਉਂਕਿ ਗਿਆਨ ਦੀ ਕੋਈ ਸੀਮਾ ਨਹੀਂ ਹੈ। ਇਸ ਅਨੰਤ ਬ੍ਰਹਿਮੰਡ ਵਿੱਚ ਜਿੱਥੇ ਅਨੰਤ ਕੰਮ ਕਰਨ ਨੂੰ ਤੁਸੀਂ ਆਏ ਹੋ, ਖੁਸ਼ ਹੋਵੋ ਕਿ ਤੁਸੀਂ ਅਧਿਆਤਮ ਦਾ ਮਾਰਗ ਚੁਣਿਆ ਹੈ। ਦੂਜੀ ਗੱਲ, ਤੁਸੀਂ ਆਪਣੇ ਗੁਰੂ ਆਪ ਹੋ। ਇੱਕ ਨਿਰਧਾਰਤ ਮੁਕਾਮ 'ਤੇ ਹਰ ਇੱਕ ਮਾਸਟਰ ਭਾਵੇਂ ਉਹ ਕਿਸੇ ਵੀ ਲੈਵਲ ਦਾ ਹੋਵੇ ਉਸ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਇਹੀ ਕੰਮ ਤੁਸੀਂ ਵੀ ਕਰਦੇ ਹੋ, ਮਤਲਬ ਇਹ ਸਿਖਾਉਣਾ ਹਮੇਸ਼ਾ ਚੱਲਦਾ ਰਹੇਗਾ। ਤੀਜੀ ਗੱਲ ਉਹਨਾਂ ਨੇ ਕਹੀ ਕਿ ਹਰ ਮਾਸਟਰ ਪਹਿਲਾਂ ਕਿਸੇ ਗਰੁੱਪ ਦਾ ਹਿੱਸਾ ਬਣਦਾ ਹੈ ਤੇ ਉਹਦੇ ਬਾਅਦ ਹਨੀਮੂਨ ਇਜ਼ ਓਵਰ ਤੇ ਤੁਸੀਂ ਇਕੱਲੇ ਹੀ ਆਪਣਾ ਧਰਮ ਯੁੱਧ ਲੜਦੇ ਹੋ। ਤੁਹਾਨੂੰ ਹਰ ਵੇਲੇ ਸਾਰੇ ਮਾਸਟਰ ਦਾ ਗਾਈਡੈਂਸ ਮਿਲਦਾ ਰਹੇਗਾ, ਲੇਕਿਨ ਤਦ ਹੀ ਜਦ ਤੁਸੀਂ ਉਹਨਾਂ ਨੂੰ ਪਛਾਣ ਲਓਗੇ। ਤੇ ਭਾਵੇਂ ਤੁਸੀਂ ਕਿਸੇ ਵੀ ਲੈਵਲ 'ਤੇ ਹੋ, ਮੇਰੇ ਆਪਣੇ ਜਾਂ 10 ਗੈਲੈਕਸੀ ਦੇ ਮਾਸਟਰਾਂ ਦੇ, ਤੁਸੀਂ ਹਮੇਸ਼ਾ ਆਪਣੇ ਮਾਸਟਰ ਨੂੰ ਪਹਿਲਾਂ ਸਿਮਰਨ ਕਰੋ ਤੇ ਅਰਦਾਸ ਕਰੋ ਕਿ ਤੁਹਾਨੂੰ ਸਦਾ ਸਨਮਾਰਗ ਵਿੱਚ ਲੈ ਜਾਇਆ ਜਾਵੇ। ਤੇ ਦੋਸਤੋ, ਅੱਜ ਵਾਸਤੇ ਇੰਨਾ ਹੀ। ਧੰਨਵਾਦ।